ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਏਕ ਓੰਕਾਰ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ, ਦੀਨ ਦੁਨੀਆ ਦੇ ਮਾਲਕ, ਸਮਰੱਥ ਗੁਰੂ, ਪ੍ਰਤੱਖ ਗੁਰੂ, ਦੀਨ ਦਿਆਲ, ਕਿਰਪਾਲ, ਅੰਤਰਜਾਮੀ, ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦੇ ਸਰਗੁਣ ਸਵਰੂਪ, ਦਾਸਾਂ, ਗਰੀਬਾਂ, ਸਿੱਖਾਂ, ਸੇਵਕਾਂ ਸਭਨਾਂ ਦੇ ਉੱਤੇ ਕਿਰਪਾ ਕਰਨ ਵਾਲੇ, ਦਇਆ ਕਰਨ ਵਾਲੇ, ਰਹਿਮਤਾਂ ਕਰਨ ਵਾਲੇ, ਬਖਸ਼ਿਸ਼ਾਂ ਕਰਨ ਵਾਲੇ, ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਾਜ਼ਰੀ ਦੇ ਵਿੱਚ ਸੁਭਾਏਮਾਨ ਗੁਰੂ ਜੀ ਦੀ ਪਿਆਰੀ ਸਾਜੀ ਨਵਾਜੀ ਸੰਗਤ ਜੀਓ, ਸਤਿਗੁਰੂ ਜੀ ਨੇ ਕਿਰਪਾ, ਦਇਆ, ਰਹਿਮਤ, ਬਖਸ਼ਿਸ਼ ਕੀਤੀ ਹੈ। ਆਪਾਂ ਸਾਰਿਆਂ ਨੂੰ ਆਪਣੇ ਦਰਸ਼ਨ ਕਰਨ ਦਾ ਸੁਭਾਗ ਭਰਿਆ ਸਮਾਂ ਬਖਸ਼ਿਸ਼ ਹੋਇਆ ਹੈ। ਬਾਹਰ ਜਾਓ, ਉਹਨਾਂ ਨੂੰ ਕੜਾਈਆਂ ਸਭ ਧੋਣਾ ਬੰਦ ਕਰ ਦਿਓ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ। ਗੁਰਬਾਣੀ ਜੀ ਦਾ ਰਸ ਭਿੰਨਾ ਕੀਰਤਨ ਰਾਗੀ ਸਿੰਘਾਂ ਦੇ ਕੋਲੋਂ ਆਪ ਜੀ ਨੇ ਸਰਵਣ ਕੀਤਾ ਹੈ। ਸੋਰਠ ਰਾਗ ਦਾ ਸ਼ਬਦ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਸਰਬ ਸੁਖਾਂ ਕਾ ਦਾਤਾ ਸਤਿਗੁਰ, ਤਾਂ ਕਿ ਸ਼ਰਣੀ ਪਾਈ ਹੈ। ਗੁਰੂ ਸਾਹਿਬ ਜੀ ਸਾਰੇ ਸੁੱਖਾਂ ਦੇ ਦਾਤੇ ਹਨ ਜੀ। ਸੁੱਖ ਚਾਹੁੰਦੇ ਆ ਲੋਕ, ਦੁਨਿਆਵੀ ਤੌਰ ਤੇ ਬੜੇ ਯਤਨ ਕਰਦੇ ਵੀ ਸਾਨੂੰ ਸੁੱਖ ਮਿਲੇ, ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਗੁਰੂ ਦੇ ਚਰਨਾਂ 'ਚ ਸਾਰੇ ਸੁੱਖ ਨੇ। ਇਸ ਕਰਕੇ ਗੁਰੂ ਜੀ ਦੀ ਸ਼ਰਨ ਵਿੱਚ ਪੈਣਾ ਚਾਹੀਦਾ ਹੈ, ਮਹਾਰਾਜ ਜੀ ਦੇ ਚਰਨਾਂ ਵਿੱਚ ਆਉਣਾ ਚਾਹੀਦਾ ਹੈ। ਸਰਬ ਸੁਖਾਂ ਕਾ ਦਾਤਾ ਸਤਿਗੁਰ, ਤਾਂ ਕੀ ਸਰਣੀ ਪਾਈ ਹੈ। 2 ਮਿੰਟ ਇਸ ਪੰਕਤੀ ਤੇ ਸੁਣ ਲਓ, ਫਿਰ ਲੜੀਵਾਰ ਕਥਾ ਆਪਾਂ ਨੇ ਸਰਵਣ ਕਰਨੀ ਹੈ। ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸਤਿਗੁਰੂ ਜੀ ਭਾਈ ਭਗੀਰਥ ਨੂੰ ਲਾਹੌਰ ਦੀ ਧਰਤੀ ਤੇ ਭੇਜਦੇ ਹੈ। ਭਾਈ ਮਰਦਾਨਾ ਜੀ ਦੀ ਧੀ ਦਾ ਵਿਆਹ ਹੁੰਦਾ ਜੀ। ਭਾਈ ਮਰਦਾਨਾ ਜੀ ਦੀ ਬੱਚੀ ਦੇ ਵਿਆਹ ਵਿੱਚ ਜਿਹੜਾ ਸਮਾਨ ਚਾਹੀਦਾ ਨਾ ਜੀ, ਉਹ ਲਾਹੌਰ ਤੋਂ ਲੈਣ ਵਾਸਤੇ ਉਹ ਜਾਂਦੇ ਆ ਜੀ ਭਾਈ ਭਗੀਰਥ ਜੀ। ਪਰ ਭਾਈ ਭਗੀਰਥ ਜੀ ਨੂੰ ਕਿਹਾ ਵੀ ਇੱਕ ਰਾਤ ਲਾਹੌਰ ਰਹਿਣਾ, ਦੂਜੀ ਰਾਤ ਲਾਹੌਰ ਨਹੀਂ ਰਹਿਣਾ। ਗੁਰੂ ਜੀ ਨੇ ਕਹਿ ਦਿੱਤਾ। ਭਾਈ ਭਗੀਰਥ ਜੀ 7 ਵਚਨ ਕਰਦੇ ਆ। ਇੱਕ ਰਾਤ ਜਾ ਕੇ ਸ਼ਾਮ ਨੂੰ ਲਾਹੌਰ ਪਹੁੰਚੇ, ਰਾਤ ਰਹੇ, ਅਗਲੇ ਦਿਨ ਸਮਾਨ ਲੈਣ ਗਏ ਜੀ। ਸ਼ਾਹੂਕਾਰ ਸੀਗਾ ਲਾਹੌਰ ਦਾ, ਉਸ ਸ਼ਾਹੂਕਾਰ ਦਾ ਨਾਮ ਸੀਗਾ ਮਨ ਸੁਖ। ਮਨ ਸੁਖ। ਉਹਦੀ ਦੁਕਾਨ ਤੇ ਸਮਾਨ ਲੈਣ ਵਾਸਤੇ ਗਏ ਤੇ ਸਮਾਨ ਪੂਰਾ ਨਹੀਂ ਸੀ ਹੈਗਾ ਜੀ। ਉਹਨੇ ਭਾਈ ਭਗੀਰਥ ਜੀ ਨੂੰ ਕਿਹਾ ਵੀ ਇੱਕ ਰਾਤ ਲਾਹੌਰ ਵਿੱਚ ਰਹੋ, ਕੱਲ੍ਹ ਨੂੰ ਸਮਾਨ ਹੋਰ ਆ ਜਾਏਗਾ ਤੇ ਫਿਰ ਸਮਾਨ ਲੈ ਜਿਓ।
ਭਾਈ ਭਗੀਰਥ ਜੀ ਕਹਿਣ ਲੱਗੇ ਵੀ ਇਹ ਕੰਮ ਨਹੀਂ ਹੋ ਸਕਦਾ। ਮੈਂ ਲਾਹੌਰ ਹੁਣ ਇੱਕ ਰਾਤ ਨਹੀਂ ਰਹਿ ਸਕਦਾ। ਉਹ ਕਹਿੰਦੇ ਇਹਦੇ ਵਿੱਚ ਕੀ, ਇੰਨੀ ਦੂਰੋਂ ਤੁਸੀਂ ਆਏ ਹੋ, ਇੱਕ ਰਾਤ ਰਹਿ ਪਓ। ਭਾਈ ਭਗੀਰਥ ਜੀ ਕਹਿਣ ਲੱਗੇ ਵੀ ਜੇ ਮੈਂ ਰਾਤ ਰਿਹਾ ਨਾ, ਮੇਰੀ ਸਾਰੀ ਜ਼ਿੰਦਗੀ ਖਰਾਬ ਹੋ ਜਾਣੀ ਹੈ। ਉਹ ਕਹਿੰਦਾ ਵੀ ਰਾਤ ਰਹਿਣ ਵਿੱਚ ਜ਼ਿੰਦਗੀ ਕਿਵੇਂ ਖਰਾਬ ਹੋਏਗੀ? ਉਹ ਕਹਿਣ ਲੱਗੇ ਮੇਰੇ ਗੁਰੂ ਦਾ ਬਚਨ ਹੈ ਵੀ ਲਾਹੌਰ ਵਿੱਚ ਦੂਜੀ ਰਾਤ ਨਹੀਂ ਰਹਿਣਾ। ਇੱਕ ਰਾਤ ਮੈਂ ਰਹਿ ਚੁੱਕਾ, ਦੂਜੀ ਨਹੀਂ ਮੈਂ ਰਹਿਣਾ। ਉਹ ਕਹਿੰਦੇ ਵੀ ਕਲਯੁਗ ਵਿੱਚ ਇਹੋ ਜਿਹਾ ਕਿਹੜਾ ਗੁਰੂ ਹੈ ਜਿਹਦੀ ਗੱਲ ਨਾ ਮੰਨੀਏ ਤੇ ਜ਼ਿੰਦਗੀ ਵਿਅਰਥ ਹੋ ਜਾਏਗੀ। ਤੇ ਭਾਈ ਭਗੀਰਥ ਨੇ ਮਨ ਸੁਖ ਨੂੰ ਕਿਹਾ, ਮੇਰੇ ਗੁਰੂ ਦਾ ਨਾਮ ਹੈ, ਆਪ ਰੱਬ ਧਰਤੀ ਤੇ ਆਏ, ਉਹਨਾਂ ਦਾ ਨਾਮ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਮੇਰੇ ਗੁਰੂ ਦਾ ਨਾਮ ਹੈ। ਤੇ ਮਨ ਸੁਖ ਪਤਾ ਕੀ ਕਹਿੰਦਾ ਜੀ? ਮਨ ਸੁਖ ਕਹਿੰਦਾ ਕਲਯੁਗ ਵਿੱਚ ਕੋਈ ਪੂਰਾ ਗੁਰੂ ਨਹੀਂ ਹੈਗਾ। ਉਹਨੇ ਬੜੇ ਵੇਖੇ ਸੀਗੇ ਜੀ। ਭਾਈ ਭਗੀਰਥ ਜੀ ਕਹਿੰਦੇ ਨਹੀਂ, ਮੇਰਾ ਗੁਰੂ ਪੂਰਾ ਹੈ। ਮਨ ਸੁਖ ਨਾਲ ਆਇਆ ਜੀ। ਫਿਰ ਜੀ ਸੁਲਤਾਨਪੁਰ ਲੋਧੀ ਬੈਠੇ ਹੀ ਮਹਾਰਾਜ ਉਦੋਂ ਜੀ। ਮਨ ਸੁਖ ਨਾਲ ਆਇਆ ਜੀ ਦਰਸ਼ਨ ਕਰਨ ਵਾਸਤੇ, ਪਰ ਰਸਤੇ 'ਚ ਸੋਚਦਾ ਵੀ ਮੈਂ ਇਸ ਗੁਰੂ ਨੂੰ ਪੂਰਾ ਤਾਂ ਮੰਨਾਂ ਜੇ ਇਹ ਗੁਰੂ ਮੇਰਾ ਨਾਮ ਲੈ ਕੇ ਸੱਦੇ। ਇਹ ਵੀ ਬੜਾ ਹੁੰਦਾ ਜੀ। ਹੁਣ ਸਾਨੂੰ ਕੀ ਪਤਾ ਕਿਸੇ ਦਾ ਕੀ ਨਾਮ ਹੈ ਜੀ, ਵੀ ਮੈਂ ਗੁਰੂ ਨੂੰ ਪੂਰਾ ਤਾਂ ਮੰਨਦਾ। ਸਾਧ ਸੰਗਤ ਜਦੋਂ ਪਹੁੰਚਿਆ, ਭਾਈ ਭਗੀਰਥ ਜੀ ਮੱਥਾ ਟੇਕ ਕੇ ਬਹਿ ਗਏ ਤੇ ਮਨ ਸੁਖ ਬਾਹਰ ਸੀਗਾ ਜੀ। ਮਹਾਰਾਜ ਸੱਚੇ ਪਾਤਸ਼ਾਹ ਨੇ ਪਤਾ ਕੀ ਬਚਨ ਕੀਤਾ? ਮਹਾਰਾਜ ਕਹਿਣ ਲੱਗੇ, ਭਗੀਰਥ ਇਹਨੂੰ ਨਾਲ ਤੇ ਲੈ ਆਇਆ ਆਪਣੇ, ਇਹਨੂੰ ਪੁੱਛ ਨਾਮ ਤੇ ਮਨ ਸੁਖ ਰੱਖਿਆ, ਮਨ ਨੂੰ ਕਦੀ ਸੁਖ ਮਿਲਿਆ ਕਿ ਨਹੀਂ ਮਿਲਿਆ? ਮਨ ਸੁਖ, ਜਿਹਦੇ ਮਨ ਨੂੰ ਸੁਖ ਮਿਲਿਆ ਹੋਵੇ ਜੀ। ਬੇਅੰਤ ਸੰਗਤਾਂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆ ਰਹੀਆਂ ਨੇ ਜੀ। ਗੁਰੂ ਸਾਹਿਬ ਜੀ ਖਾਲਸਾ ਪੰਥ ਸਾਜਣ ਦਾ ਫੁਰਨਾ ਬਣਾ ਰਹੇ ਆ ਵੀ ਪੰਥ ਸੱਜ ਗਏ। ਇਧਰੋਂ ਮਹਾਰਾਜ ਫੁਰਨਾ ਬਣਾ ਰਹੇ ਆ, ਉਧਰੋਂ ਕਾਂਸ਼ੀ ਦਾ ਬੜਾ ਵੱਡਾ ਵਿਦਵਾਨ ਪੰਡਤ ਜਿਹਦਾ ਨਾਮ ਕੇਸ਼ਵ ਦਾਸ ਹੈ, ਉਹ ਗੁਰੂ ਜੀ ਦੇ ਚਰਨਾਂ ਵਿੱਚ ਆਇਆ। ਜਿਸ ਤਰੀਕੇ ਨਾਲ ਆਇਆ ਉਹ ਕਥਾ 'ਚ 2 ਦਿਨਾਂ ਦੀ ਤੁਸੀਂ ਸੁਣ ਲਿਆ। ਜਦੋਂ ਮਹਾਰਾਜ ਕੋਲ ਆਇਆ, ਮਹਾਰਾਜ ਨੇ ਉਹਨੂੰ ਪੁੱਛਿਆ ਤੇਰਾ ਇਸ਼ਟ ਕੌਣ ਹੈ? ਉਹਨੇ ਕਿਹਾ ਜੀ ਮੈਂ ਚੰਡੀ ਮਾਤਾ ਨੂੰ ਮੰਨਦਾ, ਉਹਨੂੰ ਪੂਜਦਾ। ਗੁਰੂ ਸਾਹਿਬ ਨੇ ਸਹਿਜ ਸੁਭਾਏ ਪੁੱਛਿਆ ਵੀ ਦੇਵੀ ਦੇ ਕਦੀ ਪ੍ਰਤੱਖ ਦਰਸ਼ਨ ਕੀਤੇ ਆ? ਕਹਿੰਦਾ ਨਹੀਂ ਮਹਾਰਾਜ, ਪਰ ਕਹਿੰਦਾ ਹਉਮੈ ਸੀ ਨਾ ਜੀ ਅੰਦਰ, ਹੁਣ ਗੱਲ ਪੈਰਾਂ ਤੇ ਪਾਣੀ ਨਹੀਂ ਹੀ ਪੈਣ ਦੇਣਾ ਚਾਹੁੰਦਾ। ਕਹਿੰਦਾ ਵੀ ਦਰਸ਼ਨ ਤੇ ਨਹੀਂ ਕੀਤੇ, ਪਰ ਮੈਂ ਦੇਵੀ ਪ੍ਰਗਟ ਕਰਨੀ ਜਾਣਦਾ। ਉਹਨੇ ਹਉਮੈ 'ਚ ਗੱਲ ਕਹੀ। ਗੁਰੂ ਸਾਹਿਬ ਕਹਿੰਦੇ ਵੀ ਫਿਰ ਪ੍ਰਗਟ ਕਰਕੇ ਵਿਖਾ। ਉਹ ਕਹਿੰਦਾ ਜੀ ਮਹਾਰਾਜ ਮਾਇਆ ਬੜੀ ਲੱਗਣੀ ਹੈ। ਮਹਾਰਾਜ ਕਹਿੰਦੇ ਮਾਇਆ ਦੀ ਗੱਲ ਛੱਡ ਦੇ, ਤੂੰ ਇਹ ਦੱਸ ਵੀ ਦੇਵੀ ਪ੍ਰਗਟ ਕਿਵੇਂ ਹੋਏਗੀ ਜੀ? ਗੱਲ ਫਿਰ ਸੁਣਿਓ ਧਿਆਨ ਨਾਲ। ਉਹ ਪਤਾ ਕੀ ਕਹਿੰਦਾ ਸੀ? ਵੀ ਮੈਂ ਚੰਡੀ ਦੇਵੀ ਨੂੰ ਤੁਹਾਡੇ ਸਾਹਮਣੇ ਖਿਲਾਰ ਦਿਆਂਗਾ, ਜਿਵੇਂ ਆਪਾਂ ਇੱਕ ਦੂਜੇ ਦੇ ਸਾਹਮਣੇ ਆ ਨਾ ਜੀ। ਕਹਿੰਦਾ ਸੀ ਮੈਨੂੰ ਆਉਂਦਾ ਸਾਰਾ ਕੁਝ ਕਰਨਾ। ਹਾਂਜੀ, ਇਸ ਸਾਖੀ ਦਾ ਭਾਵ ਪਤਾ ਕੀ ਹੈ? ਕਿ ਬੰਦੇ ਦੀ ਜਿੰਨੀ ਹੈਸੀਅਤ ਹੈ ਉਹਨੂੰ ਹੈਸੀਅਤ 'ਚ ਰਹਿਣਾ ਚਾਹੀਦਾ ਜੀ। ਜਿਹੜੀ ਅਵਸਥਾ ਨਹੀਂ ਹੈਗੀ ਉਹ ਐਵੇਂ ਨਹੀਂ ਬਣ ਕੇ ਰਹਿਣਾ ਚਾਹੀਦਾ, ਅਬਲ ਤੇ ਨਿਮਰਤਾ ਵਿੱਚ ਹੀ ਰਹਿਣਾ ਚਾਹੀਦਾ ਜੀ। ਆਖੋ ਸ੍ਰੀ ਵਾਹਿਗੁਰੂ। ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂਆਣੇ ਵਾਲੇ ਮਹਾਂਪੁਰਖਾਂ ਨੇ ਸਿੰਘਾਂ ਨੂੰ ਪੁੱਛਿਆ, ਸਿੰਘੋ ਗੁਰਮਤ ਦੀ ਕੱਚੀ ਕਲਾਸ ਦੱਸੋ ਤੇ ਗੁਰਮਤ ਦੀ ਡਬਲ ਐਮਏ ਵੀ ਦੱਸੋ। ਸਿੰਘ ਚੁੱਪ ਹੋ ਗਏ ਵੀ ਕੱਚੀ ਕਲਾਸ ਕੀ ਹੈ? ਮਹਾਂਪੁਰਖ ਕਹਿੰਦੇ ਵੀ ਕੱਚੀ ਕਲਾਸ ਹੈ ਤਾਣ ਹੁੰਦੇ ਹੋਏ ਨਿਤਾਣਾ,
ਮਾਣ ਹੁੰਦਾ ਹੋਏ ਨਿਮਾਣਾ। ਸਭ ਕੁਝ ਕੋਲ ਹੈਗਾ ਜੀ, ਪਰ ਇਹਦੇ ਬਾਵਜੂਦ ਇਉਂ ਰਹਿਣਾ ਜਿਵੇਂ ਕੱਖ ਨਹੀਂ ਹੈਗਾ ਜੀ, ਨਿਮਰਤਾ 'ਚ ਰਹਿਣਾ। ਉਹਨੇ ਹਉਮੈ ਵਾਲੀਆਂ ਗੱਲਾਂ ਕੀਤੀਆਂ। ਮਹਾਰਾਜ ਨੂੰ ਕਹਿਣ ਲੱਗਾ ਵੀ ਦੇਵੀ ਤੇ ਮੈਂ ਪ੍ਰਗਟ ਕਰ ਦਾਂਗਾ, ਤੁਹਾਨੂੰ ਜਤ ਸਤ ਵਿੱਚ ਰਹਿਣਾ ਪੈਣਾ, ਬ੍ਰਹਮਚਰਜ 'ਚ ਰਹਿਣਾ ਪੈਣਾ, ਤੁਹਾਡਾ ਮਨ ਨਾ ਡੋਲੇ। ਮਹਾਰਾਜ ਕਹਿੰਦੇ ਨਹੀਂ ਡੋਲੇਗਾ। ਕਹਿੰਦਾ ਜੀ ਕਲਯੁਗ ਹੈਗਾ, ਕਲਯੁਗ ਵਿੱਚ ਮਨ ਡੋਲ ਜਾਂਦਾ। ਭਾਈ ਦਇਆ ਰਾਮ ਜੀ ਕਹਿਣ ਲੱਗੇ ਕੇਸ਼ਵ ਦਾਸ ਗੁਰੂ ਸਾਹਿਬ ਤੇ ਬੜੇ ਵੱਡੇ ਨੇ, ਇਹਨਾਂ ਦੇ ਸਿੱਖ ਹੈ ਨਾ ਜਿਹੜੇ, ਉਹਨਾਂ ਦਾ ਮਨ ਨਹੀਂ ਡੋਲਦਾ। ਜਿਹੜੇ ਤੇ ਮਹਾਰਾਜ ਦਇਆ ਕਰ ਦਿੰਦੇ ਆ ਨਾ, ਮਨ ਤੇ ਉਹਦਾ ਨਹੀਂ ਡੋਲਦਾ। ਤੇ ਗੁਰੂ ਸਾਹਿਬ ਤੇ ਬਹੁਤ ਵੱਡੇ ਨੇ। ਸੋ ਮਹਾਰਾਜ ਕਹਿਣ ਲੱਗੇ ਤੂੰ ਲਿਖਾ ਕੀ ਕੀ ਚਾਹੀਦਾ। ਇੱਥੋਂ ਹੁਣ ਕਥਾ ਸਮਾਪਤ ਹੋਈ ਸੀ। ਹੁਣ ਅੱਗੇ ਤੋਰੀਏ। ਪਿਆਰ ਨਾਲ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਮ ਕਹਿ ਬਿਪਰ ਬਾਗ ਮਹਿ ਆਇਓ। ਉਹ ਕਹਿਣ ਲੱਗਾ ਜੀ ਫਿਰ ਠੀਕ ਹੈ, ਜੇ ਤੁਸੀਂ ਮਨ ਨਹੀਂ ਡਲਾਓਗੇ ਦੇਵੀ ਨੂੰ ਮੈਂ ਤੁਹਾਡੇ ਸਾਹਮਣੇ ਖੜਾ ਕਰ ਦਿਆਂਗਾ। ਵੇਖੋ ਗੁਰੂ ਸਾਹਿਬ ਵਾਸਤੇ ਵੱਡੀ ਗੱਲ ਨਹੀਂ ਹੈਗੀ ਸੰਗਤ ਜੀ। ਮਹਾਰਾਜ ਤੇ ਦੇਵੀ ਜੀ ਨੂੰ ਆਵਾਜ਼ ਮਾਰਨ ਤੇ ਦੇਵੀ ਜੀ ਸਾਹਮਣੇ ਆ ਜਾਣ ਜੀ। ਪਰ ਗਲਤ ਸੀ ਵੀ ਉਹ ਝੂਠ ਬੋਲ ਰਿਹਾ ਸੀਗਾ ਜੀ। ਇਸ ਤਰ੍ਹਾਂ ਗੱਲਾਂ ਬਾਤਾਂ ਕਰਕੇ ਤੋਂ ਬਾਗ ਵਿੱਚ ਆ ਗਿਆ ਜੀ। ਹਾਂਜੀ, ਡੇਰਾ ਕਰ ਮੁਕਾਮ ਹਰ ਖਾਇਓ। ਜਿੱਥੇ ਉਹਦੀ ਰਿਹਾਇਸ਼ ਸੀਗੀ ਮਹਾਰਾਜ ਨੇ ਕਰਵਾਈ, ਆਸਣ ਦਿੱਤਾ ਸੀ ਉਹਨੂੰ, ਉੱਥੇ ਪਹੁੰਚ ਗਿਆ ਜੀ। ਉਹਨੇ ਆਰਾਮ ਕੀਤਾ। ਉਤ ਸਤਿਗੁਰ ਚਾਹਤ ਕ੍ਰਿਤ ਕੀਨਾ। ਉਧਰ ਸੱਚੇ ਪਾਤਸ਼ਾਹ ਜੀ ਵੀ ਚਾਹੁੰਦੇ ਆ ਵੀ ਖਾਲਸਾ ਪੰਥ ਪੈਦਾ ਕਰੀਏ, ਦੁਸ਼ਟਾਂ ਦਾ ਨਾਸ਼ ਕਰੀਏ, ਦੁਨੀਆ ਦਾ ਭਲਾ ਹੋਵੇ। ਸਿੱਧ ਮਨੋਰਥ ਹੋਇ ਹਿਤ ਭੀਨਾ। ਮਹਾਰਾਜ ਗਰੀਬ ਨਵਾਜ ਆਪਣੀ ਇੱਛਾ ਮਨੋਰਥ ਜਿਹੜਾ ਉਹ ਪੂਰਾ ਕਰਨਾ ਚਾਹੁੰਦੇ ਆ ਵੀ ਛੇਤੀ ਤੋਂ ਛੇਤੀ ਖਾਲਸਾ ਪੰਥ ਸੱਜ ਗਏ। ਹਾਂਜੀ, ਪਰੀ ਨਿਸਾ ਕਰ ਖਾਨ ਰੋਪਾਨਾ। ਸ਼ਾਮ ਦਾ ਸਮਾਂ ਹੋਇਆ, ਲੰਗਰ ਪਾਣੀ ਪ੍ਰਸ਼ਾਦਾ ਸਭ ਨੇ ਛਕਿਆ ਜੀ। ਸੁਪਤ ਜਥਾ ਸੁਖ ਕਿਰਪਾ ਨਿਧਾਨਾ। ਤੇ ਕਿਰਪਾ ਦੇ ਖਜ਼ਾਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਆਰਾਮ ਕਰਨ ਲੱਗ ਪਏ ਜੀ। ਹਾਂਜੀ, ਬੜੀ ਪ੍ਰਾਤ ਉਠ ਸੌਚ ਇਸ਼ਨਾਨੇ। ਵੱਡੀ ਪ੍ਰਾਤ ਕਹਿੰਦੇ ਅੰਮ੍ਰਿਤ ਵੇਲੇ ਨੂੰ ਜੀ। ਸਤਿਗੁਰੂ ਜੀ ਅੰਮ੍ਰਿਤ ਵੇਲੇ ਜਾਗੇ, ਸੌਚ ਇਸ਼ਨਾਨ ਸਤਿਗੁਰੂ ਜੀ ਨੇ ਕੀਤਾ ਜੀ। ਪਹਿਰੇ ਬਸਤਰ ਸ਼ਸਤਰ ਦੁਤਵਾਨੇ। ਬਸਤਰ ਵੀ ਪਾਏ ਤੇ ਸ਼ਸਤਰ ਵੀ ਸਜਾਏ ਜੀ। ਹਾਂਜੀ, ਬਸਤਰ ਸ਼ਸਤਰ ਸੋਹਣੀ ਦਸਤਾਰ ਸਤਿਗੁਰੂ ਜੀ ਨੇ ਸਜਾਈ ਹੈ। ਦਿਨ ਪ੍ਰਤ ਉਦੇ ਭਇਓ ਹਰ ਖਾਏ। ਦਿਨ ਪਤ ਸੂਰਜ ਨੂੰ ਕਹਿੰਦੇ ਜੀ। ਫਿਰ ਸੂਰਜ ਚੜ੍ਹਿਆ ਸਾਧ ਸੰਗਤ ਜੀ। ਸਾਰੇ ਪਾਸੇ ਖੁਸ਼ੀਆਂ ਹੀ ਖੁਸ਼ੀਆਂ ਅਨੰਦਪੁਰ ਸਾਹਿਬ ਵਿੱਚ। ਸਿੱਖ ਮਸੰਦ ਦਾਸ ਭੱਟ ਆਏ। ਬੜੇ ਬੜੇ ਗੁਰੂ ਜੀ ਦੇ ਸਿੱਖ, ਬੜੇ ਬੜੇ ਮਸੰਦ ਸਾਰੇ ਸਤਿਗੁਰੂ ਜੀ ਦੇ ਕੋਲ ਆਪ ਚੱਲ ਕੇ ਆਏ ਆਪਣੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ। ਕਰ ਪਗ ਬੰਧਨ ਪਾਸ ਥਿਰੇ ਹੈ। ਮਹਾਰਾਜ ਜੀ ਨੂੰ ਮੱਥਾ ਟੇਕਦੇ ਆ ਸਾਰੇ ਤੇ ਸਤਿਗੁਰੂ ਜੀ ਦੇ ਲਾਗੇ ਬੈਠੀ ਜਾਂਦੇ ਆ। ਹਾਂਜੀ, ਸ੍ਰੀ ਕਲਗੀਧਰ ਹੁਕਮ ਕਰੇ ਹੈ। ਧੰਨ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ। ਸਤਿਗੁਰੂ ਜੀ ਨੇ ਹੁਕਮ ਕੀਤਾ ਜੀ। ਫਿਰ ਕਾਰਦਾਰ ਗੁਰ ਘਰ ਕੇ ਜੇਤੇ। ਹਾਂਜੀ, ਇੱਕ ਥਲ ਮਿਲ ਕਰ ਅਬ ਤੁਮ ਤੇਤੇ। ਮਹਾਰਾਜ ਕਹਿਣ ਲੱਗੇ ਜਿੰਨੇ ਕਾਰਦਾਰ ਸਿੱਖ ਨੇ ਜੀ, ਮਾਇਆ ਦਾ ਹਿਸਾਬ ਕਿਤਾਬ ਕਰਨ ਵਾਲੇ, ਉਹ ਸਾਰੇ ਸਿੱਖ ਸੱਦੋ ਜੀ, ਸਾਰੇ ਇਕੱਠੇ ਕਰੋ। ਮਹਾਰਾਜ ਕਹਿਣ ਲੱਗੇ ਖਜ਼ਾਨਚੀ। ਹਾਂਜੀ, ਪਰਸੋਂ ਜੇਤਕ ਚੜੀ ਅਕੋਰ। ਸਭ ਕੋ ਕਰੋ ਏਕ ਥਲ ਜੋਰ। ਮਹਾਰਾਜ ਕਹਿੰਦੇ ਪਰਸੋਂ ਜਿੰਨਾ ਚੜਾਵਾ ਹੋਇਆ, ਜਿੰਨੀ ਮਾਇਆ ਚੜੀ ਹੈ, ਉਹ ਸਾਰੀ ਇਕੱਠੀ ਕਰੋ ਇੱਕ ਥਾਂ ਉੱਤੇ। ਕਹਿਣ ਲੱਗੇ ਖਜ਼ਾਨਚੀ ਨੂੰ ਮਹਾਰਾਜ ਨੇ ਕਿਹਾ ਜੀ। ਡਾਕਟਰ ਸਾਹਿਬ ਖਜ਼ਾਨਚੀ ਦੀ ਗੱਲ ਆਈ ਹੈ। ਖਜ਼ਾਨਚੀ ਨੂੰ ਮਹਾਰਾਜ ਨੇ ਹੁਕਮ ਕੀਤਾ
ਵੀ ਪਰਸੋਂ ਦੀ ਸਾਰੀ ਚੜ੍ਹਤ ਲੈ ਕੇ ਆਓ। ਹਾਂਜੀ, ਆਨ ਸੁਨਾਵੋ ਧਨ ਹੋਇ ਜੇਤਾ। ਦੱਸੋ ਹਿਸਾਬ ਲਾ ਕੇ ਵੀ ਕਿੰਨੀ ਮਾਇਆ ਪਰਸੋਂ ਚੜੀ ਸੀਗੀ। ਹਾਂਜੀ, ਅਬ ਕੇ ਮੇਲੇ ਆਇਓ ਜੇਤਾ। ਮਤਲਬ ਮੇਲਾ ਸੀ ਨਾ ਜੀ, ਇੱਕ ਦੋ ਦਿਨ ਪਹਿਲਾਂ ਜੀ। ਦੱਸੋ ਇਸ ਮੇਲੇ ਵਿੱਚ ਕਿੰਨੀ ਚੜ੍ਹਤ ਹੋਈ ਹੈ। ਹਾਂਜੀ, ਸੁਨ ਕਰ ਹੁਕਮ ਮਿਲੇ ਤਬ ਸਾਰੇ। ਤੇ ਨਾਲ ਫਿਰ ਕਈ ਸਿੱਖ ਲੱਗੇ ਜੀ ਸਾਰੇ। ਹਾਂਜੀ, ਸਭ ਅਕੋਰ ਕੋ ਕੀਨ ਸ਼ੁਮਾਰੇ। ਸਭ ਭੇਟਾਵਾਂ ਇਕੱਠੀਆਂ ਕੀਤੀਆਂ, ਮਾਇਆ ਗਿਣੀ। ਟਾਈਮ ਤੇ ਲੱਗਣਾ ਹੀ ਗਿਆ ਜੀ ਮਾਇਆ ਗਿਣਦਿਆਂ ਜੀ। ਹਾਂਜੀ, ਧਨ 9 ਲੱਖ ਕਰੀ ਮਿਲ ਗਿਣਤੀ। ਤੇ 9 ਲੱਖ ਰੁਪਈਆ ਚੜ੍ਹਤ ਹੋਈ ਜੀ। 9 ਲੱਖ ਰੁਪਈਆ। ਆਖੋ ਵਾਹਿਗੁਰੂ। ਵਾਹਿਗੁਰੂ। ਉਹ ਪੰਡਤ ਜੋ ਕਹਿੰਦਾ ਸੀਗਾ ਜੀ ਵੀ ਮਹਾਰਾਜ ਲੱਖ ਸਵਾ ਲੱਖ ਲੱਗ ਜਾਣਾ। ਹਾਂਜੀ, ਤੇ ਮਹਾਰਾਜ ਕੋ ਤੇ ਇੱਕ ਦਿਨ ਦੀ 9 ਲੱਖ ਰੁਪਈਆ ਚੜ੍ਹਤ ਹੋਈ ਸੀਗੀ ਜੀ। ਹਾਂਜੀ, ਕਹਿੰਦੇ ਮਹਾਰਾਜ 9 ਲੱਖ ਰੁਪਈਆ ਹੋਇਆ ਸੱਚੇ ਪਾਤਸ਼ਾਹ। ਹਾਂਜੀ, ਪ੍ਰਭ ਢਿਗ ਭਨੀ ਜੋਰ ਕਰ ਬਿਨਤੀ। ਹੱਥ ਜੋੜ ਕੇ ਸੇਵਾਦਾਰ ਸਿੱਖ ਨੇ, ਖਜ਼ਾਨਚੀ ਸਿੱਖ ਨੇ ਦੱਸਿਆ, ਸਤਿਗੁਰੂ ਜੀ ਮਹਾਰਾਜ ਸਾਰੇ ਮੇਲੇ ਦੀ ਚੜ੍ਹਤ 9 ਲੱਖ ਰੁਪਈਆ ਹੋਇਆ ਸੱਚੇ ਪਾਤਸ਼ਾਹ। ਸ੍ਰੀ ਮੁਖ ਹੁਕਮ ਕਰਿਓ ਸੁਨ ਲੀਜੈ। ਮਹਾਰਾਜ ਨੇ ਹੁਕਮ ਕੀਤਾ ਜੀ। ਹਾਂਜੀ, ਸਕਲ ਕੋਸ਼ ਮਹਿ ਜਮਾ ਕਰੀਜੈ। ਹਾਂ, ਮਹਾਰਾਜ ਕਹਿੰਦੇ ਸਾਂਭ ਕੇ ਰੱਖੋ ਸਾਰੇ। ਤੋਸ਼ੇ ਖਾਨੇ, ਕੋਸ਼ ਵਿੱਚ, ਖਜ਼ਾਨੇ ਵਿੱਚ ਸਾਰੀ ਮਾਇਆ ਸਾਂਭ ਲੋ ਕਹਿਣ ਲੱਗੇ। ਵੇਖੋ ਉਸ ਜ਼ਮਾਨੇ ਵਿੱਚ 9 ਲੱਖ ਰੁਪਈਆ। ਇੱਥੇ ਤੁਸੀਂ ਅੰਦਾਜ਼ਾ ਲਾਓ ਵੀ ਕਿੰਨੀ ਸੰਗਤ ਆਈ ਹੋਏਗੀ ਜੀ। 9 ਲੱਖ ਰੁਪਈਆ ਤੇ ਅੱਜ ਵੀ ਬੜਾ ਮਾਇਨੇ ਰੱਖਦਾ ਜੀ। ਹਾਂਜੀ, ਉਸ ਜ਼ਮਾਨੇ ਵਿੱਚ ਜੀ, ਜਦੋਂ ਰੁਪਈਆ ਨਹੀਂ ਸੀ ਕਿਸੇ ਦੀ ਜੇਬ 'ਚ ਹੁੰਦਾ ਜੀ। ਮਹਾਰਾਜ ਕਹਿੰਦੇ ਮਾਇਆ ਸਾਂਭ ਲੋ ਸਾਰੀ। ਹਾਂਜੀ, ਸੰਗਤ ਅਰਮ ਸੰਦ ਜਿਸ ਦੇਸ਼। ਨਹਿ ਆਏ ਸੋ ਲਖੋ ਅਸ਼ੇਸ਼। ਨਾਲ ਸਤਿਗੁਰੂ ਜੀ ਕਹਿੰਦੇ ਵੀ ਇਹ ਵੀ ਪਤਾ ਕਰੋ ਕਿਹੜੇ ਕਿਹੜੇ ਇਲਾਕੇ ਵਿੱਚੋਂ ਸੰਗਤ ਨਹੀਂ ਆਈ। ਇਹ ਵੀ ਪਤਾ ਕਰੋ, ਸਤਿਗੁਰੂ ਕਹਿਣ ਲੱਗੇ। ਹਾਂਜੀ, ਲਿਖੋ ਹੁਕਮਨਾਮੇ ਤਿਨ ਤਾਈ। ਤੇ ਜਿਹੜੇ ਜਿਹੜੇ ਨਹੀਂ ਆਏ ਉਹਨਾਂ ਨੂੰ ਹੁਕਮਨਾਮੇ ਲਿਖ ਦਿਓ। ਸਾਡੇ ਵੱਲੋਂ ਹੁਕਮ ਸੁਣਾ ਦਿਓ ਉਹਨਾਂ ਨੂੰ। ਗੁਰ ਧਨ ਸਗਰੇ ਦੇਹੋ ਪਚਾਈ। ਵੀ ਸਾਰੇ ਮਸੰਦ ਗੁਰੂ ਘਰ ਦੀ ਮਾਇਆ ਜਿਹੜੀ ਹੈ ਉਹ ਭੇਟਾ ਕਰੋ ਗੁਰੂ ਘਰ ਵਿੱਚ ਆ ਕੇ। ਹਾਂਜੀ, ਜੇਤਕ ਸਿੱਖ ਸੰਗਤ ਜੇਤਕ ਸਿੱਖ ਸੰਗਤ ਅਬ ਆਏ। ਕਰੋ ਵਿਸਰਜਨ ਦੇ ਸਿਰੋ ਪਾਏ। ਮਹਾਰਾਜ ਕਹਿੰਦੇ ਹੁਣ ਜਿੰਨੀ ਸੰਗਤ ਆਈ ਹੈ ਨਾ, ਸਾਰੀਆਂ ਸੰਗਤਾਂ ਨੂੰ ਸਰੋਪੇ ਦਿਓ ਤੇ ਹੁਣ ਵਿਦਾ ਕਰੋ ਜੀ। ਅਸਲ ਜੋ ਪੰਡਤ ਨਾਲ ਬਹਿਣਾ ਨਾ ਮਹਾਰਾਜ ਨੇ, ਕੇਸ਼ਵ ਦਾਸ ਨਾਲ ਜੀ, ਤੇ ਇਕਾਂਤ ਹੋਏਗੀ ਫੇਰ ਹੀ ਗੱਲ ਬਣੇਗੀ। ਮਹਾਰਾਜ ਕਹਿਣ ਲੱਗੇ ਵੀ ਸਤਿਗੁਰੂ ਜੀ ਕਹਿੰਦੇ ਵੀ ਸਭ ਨੂੰ ਸਰੋਪੇ ਦੇ ਕੇ ਤੋਰ ਦਿਓ। ਸੁਪਟਨ ਕਉ ਦੀਜੈ ਦਰਮਾਹਾ। ਰੁਖਸਤ ਕਰੋ ਜਾਹੇ ਘਰ ਮਾਹਾ। ਸਿਪਾਹੀਆਂ ਨੂੰ ਤਨਖਾਹਾਂ ਦਿਓ ਤੇ ਸਤਿਗੁਰੂ ਕਹਿੰਦੇ ਛੁੱਟੀ ਦੇ ਦਿਓ ਸਭ ਨੂੰ। ਜਿੰਨੇ ਜਿੰਨੇ ਘਰ ਜਾਣਾ ਉਹ ਘਰ ਜਾਵੇ, ਆਪਣਾ ਕਾਰ ਵਿਹਾਰ ਕਰਕੇ ਤੇ ਫਿਰ ਆ ਜਾਵੇ। ਛੁੱਟੀ ਦੇ ਦਿਓ ਮਹਾਰਾਜ ਕਹਿਣ ਲੱਗੇ। ਹਾਂਜੀ, ਕੇਤਿਕ ਸਮੈ ਬਸ ਹੈ ਪੁੰਨ ਆਵੈ। ਨਿਜ ਕੁਟੰਬ ਮੈਂ ਬੈਸ ਬਿਤਾਵੈ। ਸਿਪਾਹੀਆਂ ਨੂੰ ਵੀ ਕਹੋ ਵੀ ਆਪਣੇ ਪਰਿਵਾਰਾਂ ਨੂੰ ਮਿਲ ਗਿਲਾਵੋ, ਸਮਾਂ ਬੜਾ ਹੋ ਗਿਆ। ਹਾਂਜੀ, ਸਚਿਵ ਮਸੰਦ ਖਵਾਸ ਦੀਵਾਨ। ਸੁਨ ਗੁਰ ਕਾਜ ਪਏ ਸਵਧਾਨ। ਜਿੰਨੇ ਮਹਾਰਾਜ ਦੇ ਖਜ਼ਾਨਚੀ ਸਿੱਖ ਸੀਗੇ, ਮਸੰਦ ਸੀਗੇ ਜਾਂ ਖਾਸ ਸਿੱਖ ਸੀਗੇ ਜੀ, ਜ਼ਿੰਮੇਵਾਰ, ਉਹਨਾਂ ਸਾਰਿਆਂ ਨੇ ਫਿਰ ਇਸੇ ਤਰ੍ਹਾਂ ਕੀਤਾ ਜੀ। ਮਾਇਆ ਤੋਸ਼ੇਖਾਨੇ 'ਚ ਜਮ੍ਹਾਂ ਕਰ ਲਈ, ਸਿਪਾਹੀਆਂ ਨੂੰ ਤਨਖਾਹਾਂ ਵੰਡ ਦਿੱਤੀਆਂ, ਜਿਹੜੇ ਦੂਰ ਦੁਰਾਡਿਓਂ ਆਏ ਉਹਨਾਂ ਨੂੰ ਸਰੋਪੇ ਬਖਸ਼ਿਸ਼ ਕੀਤੇ ਜੀ। ਜਥਾ ਜੋਗ ਮਿਲ ਸਭ ਹਿਨ ਕੀਨਾ। ਜਿੰਨੀ ਕਿਸੇ ਦੀ ਯੋਗਤਾ ਸੀ ਉਸ ਹਿਸਾਬ ਨਾਲ ਉਹਨੂੰ ਮਾਇਆ ਸਨਮਾਨ ਦਿੱਤਾ ਜੀ। ਦੇਨ ਲੇਨ ਜਿਸ ਵਿਦ ਕੋ ਚੀਨਾ। ਸਾਰੇ ਕੰਮ ਕਿਉਂ ਹੁਕਮ ਜੂ ਹੋ ਗਿਆ ਬਾਜਾਂ ਵਾਲੇ ਜੀ ਦਾ ਜੀ, ਸਾਰੇ ਕੰਮ ਪੂਰੇ ਕੀਤੇ ਜੀ। ਰੁਖਸਦ ਕਰੇ ਦਏ ਸਿਰ ਪਾਉ। ਸਰੋਪੇ ਦੇ ਕੇ
ਵਿਦਾ ਕੀਤਾ, ਕੋਈ ਕਿੱਥੋਂ ਪਿਸ਼ੌਰ ਤੋਂ, ਕੋਈ ਜਲਾਲਾਬਾਦ ਤੋਂ, ਕੋਈ ਗਜਨੀ ਤੋਂ, ਕੋਈ ਕਸ਼ਮੀਰ ਤੋਂ, ਕੋਈ ਬੰਗਾਲ ਚੋਂ, ਕਿੱਥੋਂ ਕਿੱਥੋਂ ਆਏ ਸੀਗੇ ਸਾਰੇ ਜੀ। ਸਭ ਨੂੰ ਤੋਰ ਦਿੱਤਾ। ਲੇਕਰ ਗਮਨੇ ਸਿੱਖ ਸਮਦਾਊ, ਹਾਂਜੀ। ਜੇਤਕ ਚਹੀਐ ਕਾਰਜ ਹੇਤ, ਕਹਿ ਸਤਿਗੁਰ ਸੋ ਰਖੇ ਨਿਕੇਤ। ਕੁਝ ਸਿੱਖ ਸਤਿਗੁਰੂ ਜੀ ਨੇ ਰੱਖ ਲਏ ਜੀ। ਮਹਾਰਾਜ ਕਹਿੰਦੇ ਵੀ ਕੁਝ ਸਾਡੇ ਕੋਲ ਰਹੋ। ਹਾਂਜੀ। ਸਭ ਬਿਦ ਸੁਚਿਤ ਹੋਏ ਗੋਸਾਈ, ਪਠਿਓ ਸਿੱਖ ਦਿਜ ਲੀਨ ਬੁਲਾਈ। ਸਭ ਸੰਗਤਾਂ ਨੂੰ ਤੋਰ ਕੇ 1-2 ਦਿਨ ਲੱਗੇ ਜੀ। ਤੇ ਜਦੋਂ ਪੂਰੇ ਫ੍ਰੀ ਹੋਏ ਨਾ ਜੀ, ਆਖੋ ਵਾਹਿਗੁਰੂ ਵਾਹਿਗੁਰੂ। ਤੇ ਬਾਜਾਂ ਵਾਲੇ ਸਤਿਗੁਰੂ ਕਹਿੰਦੇ ਵੀ ਹੁਣ ਸੱਦੋ ਕੇਸ਼ਵ ਦਾਸ ਨੂੰ। ਕੇਸ਼ਵ ਦਾਸ ਨੂੰ ਸੱਦੋ ਸਾਡੇ ਕੋਲ। ਆਸ਼ਿਖ ਬਾਦ ਆਨ ਕਰ ਦੀਨਸ, ਆਵਨ ਸਿੰਧ ਵਿੱਚ ਜੇਤਕ ਲੀਨਸ। ਉਹ ਆ ਗਿਆ ਜੀ। ਤੇ ਉਹ ਤਾਂ ਅੱਗੇ ਹਉਮੈ ਵਿੱਚ ਸੀਗਾ ਜੀ। ਉਹਨੇ ਮੱਥਾ ਨਹੀਂ ਟੇਕਿਆ ਮਹਾਰਾਜ ਨੂੰ। ਪਤਾ ਕੀ ਕਹਿੰਦਾ? ਕਹਿੰਦਾ ਆਸ਼ੀਰਵਾਦ ਹੈ, ਆਸ਼ੀਰਵਾਦ। ਹਾਂਜੀ, ਬ੍ਰਾਹਮਣ ਲੋਕ ਇੰਝ ਹੀ ਕਹਿੰਦੇ ਸੀਗੇ ਜੀ। ਹਾਂਜੀ। ਤਿਸ ਮੈਂ ਤਪਹੋ ਤੇਜ ਅਤ ਤੈਕੈ, ਜਿਮ ਬ੍ਰਿਖਰਾਸ਼ ਬਿਖੈਰਵ ਐਕੈ। ਆਸ਼ੀਰਵਾਦ ਦਿੰਦਾ, ਕਹਿੰਦਾ ਗੁਰੂ ਜੀ ਤੁਹਾਡਾ ਤੇਜ ਪ੍ਰਤਾਪ ਵੱਡਾ ਹੋਵੇ, ਬਹੁਤ ਦੂਰ ਦੂਰ ਤੱਕ ਤੁਹਾਡੇ ਨਾਮ ਦੀਆਂ ਗੂੰਜਾਂ ਹੋਣ। ਏਦਾਂ ਉਹਨੇ ਬੋਲਿਆ ਜੀ ਆ ਕੇ। ਬੈਠਿਓ ਨਿਕਟ ਵਿਪਰ ਬਰ ਗੁਰ ਕੇ, ਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਲਾਗੇ ਬਿਠਾ ਲਿਆ ਜੀ। ਮਹਾਰਾਜ ਕਹਿੰਦੇ ਹੁਣ ਆਓ ਕੇਸ਼ਵ ਦਾਸ ਜੀ, ਹੁਣ ਆਪਾਂ ਕੰਮ ਵਾਲੀ ਗੱਲ ਕਰੀਏ। ਹਾਂਜੀ। ਉਚਰੇ ਤਬ ਹੈ ਮਨੋਰਥ ਉਰ ਕੇ, ਹਾਂਜੀ। ਦਿਜ ਜੂ ਸੌਜ ਲਿਖਾਵੋ ਸਾਰੀ। ਹਾਂਜੀ। ਹਮਨ ਕਰਨ ਕੀ ਅਹੁਤ ਵਾਰੀ। ਮਹਾਰਾਜ ਕਹਿਣ ਲੱਗੇ ਤੁਸੀਂ ਕਹਿੰਦੇ ਸੀ ਆਹੂਤੀਆਂ ਦੇਣੀਆਂ, ਜੱਗ ਕਰਨਾ, ਦੱਸੋ ਹਮਨ ਕਰਨ ਲਈ ਕਿਹੜਾ ਕਿਹੜਾ ਸਮਾਨ ਚਾਹੀਦਾ? ਕਹਿਣ ਲੱਗੇ ਇਹ ਇਹੋ ਹੀ ਜੇ ਮਹਾਰਾਜ ਨਾ ਕਰਾਉਂਦੇ ਜੀ, ਇਹਨੇ ਬਾਹਰ ਜਾ ਕੇ ਰੌਲਾ ਪਾਉਣਾ ਸੀ ਵੀ ਗੁਰੂ ਜੀ ਕੋ ਮਾਇਆ ਨਹੀਂ ਹੈਗੀ, ਹਮਨ ਨਹੀਂ ਕਰਾ ਸਕੇ। ਮਹਾਰਾਜ ਨੇ ਤੇ ਹਮਨ ਇਹਦੇ ਪਖੰਡ ਦਾ ਖੰਡਨ ਕਰਨ ਲਈ ਕਰਨਾ ਜੀ। ਮਹਾਰਾਜ ਕਹਿੰਦੇ ਦੱਸੋ ਕਿਹੜਾ ਕਿਹੜਾ ਸਮਾਨ ਚਾਹੀਦਾ ਜੀ। ਬਾਂਸ਼ਟ ਜਿਤਕ ਤਾਹੇ ਤੇ ਧੂਣੀ। ਆਖੋ ਵਾਹਿਗੁਰੂ ਵਾਹਿਗੁਰੂ। ਤੇ ਨਾਲ ਸਤਿਗੁਰੂ ਜੀ ਕਹਿਣ ਲੱਗੇ ਜਿੰਨਾ ਚਾਹੀਦਾ ਹੈ ਨਾ ਉਹਦੇ ਤੋਂ ਦੂਣਾ ਲੈਣਾ ਸਾਡੇ ਤੋਂ। ਕਹਿਣ ਲੱਗੇ ਮਹਾਰਾਜ ਕਹਿੰਦੇ ਦੇਵੀ ਪ੍ਰਗਟ ਕਰਨੀ ਆ। ਹਾਂਜੀ। ਕਿਸੂ ਵਸਤ ਤੇ ਹੋਏ ਨਾ ਊਣੀ। ਇਹ ਨਾ ਹੋਵੇ ਤੂੰ ਕਹੇ ਵੀ ਫਲਾਣੀ ਵਸਤੂ ਘੱਟ ਸੀ ਤੇ ਦੇਵੀ ਨਹੀਂ ਆਈ। ਕਿਸੇ ਚੀਜ਼ ਦੀ ਕਮੀ ਨਾ ਹੋਵੇ, ਦੂਣੀਆਂ ਚੀਜ਼ਾਂ ਲਿਖਾ। ਮਹਾਰਾਜ ਕਹਿਣ ਲੱਗੇ ਹਾਂਜੀ। ਸਰਫੇ ਸਾਥ ਕਹੋ ਕਿਛ ਨਾਹੀ। ਹਾਂ, ਸਰਫਾ ਨਹੀਂ ਕਰਨਾ ਵੀ ਆ ਇੰਨੀ ਚੀਜ਼ ਘਟਾ ਲਵਾਂ, ਨਹੀਂ ਇੰਨੀ ਨਾ ਗੁਜ਼ਾਰਾ ਕਰਾਂਗਾ। ਮਹਾਰਾਜ ਕਹਿੰਦੇ ਨਹੀਂ, ਖੁੱਲੇ ਮਨ ਨਾ ਦੱਸ, ਖੁੱਲੇ ਮਨ ਨਾ। ਹਾਂਜੀ। ਕੋਸ਼ ਅਟੁੱਟ ਦੀਨਸ ਗੁਰ ਪਾਹੀ। ਮਹਾਰਾਜ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਦਾ ਘਰ ਹੈ, ਇੱਥੇ ਖਜ਼ਾਨੇ ਦੀ ਕਮੀ ਨਹੀਂ ਹੈਗੀ। ਦੱਸ ਕਹਿਣ ਲੱਗੇ ਕਿੰਨੀ ਮਾਇਆ ਚਾਹੀਦੀ ਹੈ। ਕੇਸ਼ੋ ਦਾਸ ਵਿਚਾਰੀ ਤਬੈ। ਹੁਣ ਕੇਸ਼ਵ ਦਾਸ ਨੇ ਵਿਚਾਰ ਕੀਤੀ ਵੀ ਮੈਂ ਫਸ ਗਿਆ। ਆਖੋ ਵਾਹਿਗੁਰੂ। ਵੀ ਮੈਂ, ਜਿਵੇਂ ਬੰਦਾ ਨਹੀਂ ਆਪਣੇ ਮਨ 'ਚ ਕਹਿੰਦਾ ਵੀ ਮੈਂ ਬਹੁਤੀ ਵੱਡੀ ਫੜ ਮਾਰ ਬੈਠਾ, ਇਹ ਵੀ ਸੋਚਦਾ ਵੀ ਮੈਂ ਫਸ ਗਿਆ। ਇਹਨੇ ਵਿਚਾਰ ਕੀਤੀ ਜੀ ਆਪਣੇ ਮਨ ਵਿੱਚ ਫਿਰ ਸਾਰੀ। ਜਿਤਕ ਪ੍ਰਮਾਣ ਅਹੂਤੀ ਸਬੈ। ਫਿਰ ਅੰਦਾਜ਼ਾ ਲਾਇਆ ਵੀ ਫਿਰ ਕਿੰਨਾ ਕੁ ਸਮਾਨ ਮੰਗਾਵਾਂ, ਕਿੰਨੀਆਂ ਕੁ ਅਹੂਤੀਆਂ ਵਿੱਚ ਪਾਉਣੀਆਂ ਨੇ। ਤਿਸ ਅਨੁਸਾਰ ਘ੍ਰਿਤ ਜਬ ਤਿਲੈ। ਹਾਂਜੀ। ਤੰਦੁਲ ਮੇਵਾ ਖੰਡ ਸੋ ਮਿਲੈ। ਸੋ ਘਿਓ, ਚੌਲ, ਮੇਵੇ, ਖੰਡ। ਉਸ ਜ਼ਮਾਨੇ 'ਚ ਤੇ ਖੰਡ ਮਿਲਦੀ ਨਹੀਂ ਸੀ ਛੇਤੀ ਕਿਤੇ ਜੀ। ਖੰਡ ਲਿਖਾਈ ਜੀ। ਮਹਾਰਾਜ ਨੇ ਦਸਮ ਗ੍ਰੰਥ 'ਚ ਲਿਖਿਆ ਜੀ, ਪਹਿਲੇ ਸਮੇਂ ਵਿੱਚ ਲੋਕ ਜੱਗ ਕਰਦੇ ਹੁੰਦੇ ਸੀਗੇ ਜੀ, ਤੇ ਜੱਗ ਦਾ ਖਰਚਾ ਬੜਾ ਹੁੰਦਾ ਸੀ ਹਮਨ ਦਾ ਜੀ। ਪਤਾ ਕਿੰਨਾ ਜੀ?
ਵੀ ਉਹ ਗ੍ਰੰਥ 'ਚ ਲਿਖਿਆ ਵੀ ਹਾਥੀ ਦੀ ਸੁੰਡ ਜਿੰਨੀ ਮੋਟੀ ਪਾਈਪ ਰਾਹੀਂ ਹਰ ਵਕਤ ਘਿਓ ਹਮਨ ਕੁੰਡ ਵਿੱਚ ਪਵੇ ਜੀ। ਹੁਣ ਹਾਥੀ ਦੀ ਸੁੰਡ ਕਿੰਨੀ ਮੋਟੀ ਹੁੰਦੀ ਜੀ? 5 ਇੰਚ ਦੀ ਪਾਈਪ ਮੰਨ ਲਈਏ, ਇੰਨੀ ਪਾਈਪ ਤਾਂ ਵੀ ਬਣ ਗਈ ਜੀ। ਇੰਨੀ ਧਾਰ ਦੇਸੀ ਘਿਓ ਦੀ ਪਵੇ ਜੀ। ਹੁਣ ਇੰਨਾ ਖਰਚਾ ਥੋੜੀ ਕੋਈ ਬੰਦਾ ਕਰ ਸਕਦਾ ਸੀ। ਰਾਜੇ ਮਹਾਰਾਜੇ ਇਹ ਕੰਮ ਕਰਦੇ ਹੁੰਦੇ ਸੀਗੇ ਜੀ। ਮਹਾਰਾਜ ਨੇ ਸਾਨੂੰ ਬਚਾਇਆ, ਸੌਖਾ ਰਸਤਾ ਦੱਸਿਆ, ਸਿੱਖੋ ਗੁਰੂ ਘਰ ਵਿੱਚ ਜਾਇਆ ਕਰੋ ਤੇ ਵਾਹਿਗੁਰੂ ਵਾਹਿਗੁਰੂ ਜਪਿਆ ਕਰੋ, ਕੁਝ ਕਰਨ ਦੀ ਲੋੜ ਨਹੀਂ। ਪਰ ਮਹਾਰਾਜ ਇਹਦਾ ਖੰਡਨ ਕਰਦੇ ਜੀ। ਕਹਿੰਦਾ ਮਹਾਰਾਜ ਘਿਓ ਚਾਹੀਦਾ, ਮਹਾਰਾਜ ਕਹਿੰਦੇ ਹੋ ਜਾਏਗਾ ਪ੍ਰਬੰਧ। ਖੰਡ ਇੰਨੀ ਚਾਹੀਦੀ ਆ ਜਾਏਗੀ ਜੀ। ਹਾਂਜੀ, ਪਿਸਤਾ ਗਰੀ ਬਦਾਮ ਸੁਪਾਰੀ। ਹਾਂ, ਪਿਸਤਾ ਵੀ ਚਾਹੀਦਾ, ਬਦਾਮ ਦੀਆਂ ਗਿਰੀਆਂ ਚਾਹੀਦੀਆਂ, ਫਿਰ ਮਹਾਰਾਜ ਸੁਪਾਰੀ ਚਾਹੀਦੀ ਹੈ। ਹਾਂਜੀ, ਖਾਰਕ ਖੋਪਾ ਦਾਖ ਸੁਧਾਰੀ। ਹਾਂ, ਫਿਰ ਛੁਹਾਰੇ ਚਾਹੀਦੇ ਆ। ਹਾਂਜੀ, ਖੋਪਾ ਇਹ ਵੀ ਗਿਰੀ ਹੁੰਦੀ ਜੀ। ਕਹਿੰਦਾ ਮਹਾਰਾਜ ਖੋਪਾ ਚਾਹੀਦਾ ਹੈ, ਇੰਨੀ ਗਿਣਤੀ 'ਚ ਖੋਪਾ ਚਾਹੀਦਾ ਹੈ। ਹਾਂਜੀ, ਧੂਪ ਤੁਖਾਵਨ ਕੇ ਹਿਤ ਘਨੀ। ਫਿਰ ਮਹਾਰਾਜ ਧੂਫ ਤਖਾਉਣ ਵਾਸਤੇ ਜੜੀਆਂ ਬੂਟੀਆਂ ਸੱਦ ਕੇ ਵਾਹਿਗੁਰੂ ਲਿਆ ਕੇ ਧੂਫ ਬਣਾਉਣੀ ਹੈ। ਅਨੇਕ ਸੁਗੰਧ ਹੈ ਚੰਦਨ ਸਨੀ। ਫਿਰ ਚੰਦਨ ਦੀਆਂ ਲੱਕੜਾਂ ਚਾਹੀਦੀਆਂ ਨੇ, ਚੰਦਨ ਬੜਾ ਚਾਹੀਦਾ ਸਤਿਗੁਰੂ ਜੀ। ਸੀਸੇ ਭਰੇ ਗੁਲਾਬ ਸੋਕੇਰੇ। ਤੇ ਗੁਲਾਬ ਦੇ ਅਰਕ ਦੀਆਂ ਬੜੀਆਂ ਸ਼ੀਸ਼ੀਆਂ ਚਾਹੀਦੀਆਂ। ਹਾਂਜੀ, ਅਪਰ ਗੰਧ ਘਨ ਸਾਰ ਕਨੇਰੇ। ਹੋਰ ਕਪੂਰ ਚਾਹੀਦਾ, ਚੰਦਨ ਚਾਹੀਦਾ, ਮੁਸ਼ਕ ਕਪੂਰ ਚਾਹੀਦਾ, ਹੋਰ ਬੜਾ ਕੁਝ ਚਾਹੀਦਾ ਮਹਾਰਾਜ। ਹਾਂਜੀ, ਸਭ ਹਿਨ ਕੋ ਪ੍ਰਮਾਨ ਕਰ ਲਿਖ ਕਰਕੇ। ਹਾਂਜੀ, ਦਇਓ ਬਿਪਰ ਬਰ ਕਰ ਸਤਿਗੁਰ ਕੇ। ਸਾਰਾ ਕੁਝ ਲਿਖ ਕੇ ਨਾ ਜੀ ਕੇਸ਼ਵ ਦਾਸ ਨੇ ਲਿਸਟ ਬਣਾ ਕੇ ਤੇ ਨੰਦ ਚੰਦ ਜੀ ਨੂੰ ਫੜਾਈ ਤੇ ਨੰਦ ਚੰਦ ਜੀ ਨੇ ਗੁਰੂ ਜੀ ਨੂੰ ਫੜਾ ਦਿੱਤੀ ਜੀ। ਹਾਂਜੀ, ਹੁਣ ਜਿਹਦੇ ਵਿੱਚ ਗੁਲਾਬ ਦੇ ਅਰਕ ਲਿਖਿਆ ਹੋਵੇ ਤੇ ਕਈ ਕੁਝ ਲਿਖਿਆ ਹੋਵੇ, ਛੇਤੀ ਮਿਲਦਾ ਹੀ ਨਹੀਂ ਸੰਗਤ ਜੀ। ਸਭ ਕੁਝ ਉਹਨੇ ਲਿਖ ਕੇ ਦਿੱਤਾ ਮਹਾਰਾਜ ਨੂੰ ਜੀ। ਹਾਂਜੀ, ਅਪਰ ਵਾਰਤਾ ਕਹੀ ਕਹਾਈ। ਹਾਂਜੀ, ਜਿਸ ਪ੍ਰਕਾਰ ਬਿਦਤੈ ਜਗ ਮਾਈ। ਹੋਰ ਬੜਾ ਕੁਝ ਦੱਸਿਆ ਉਹਨੇ। ਮਹਾਰਾਜ ਕਹਿੰਦੇ ਹੋਏਗਾ ਸਾਰਾ ਕੁਝ ਹੀ, ਪਰ ਕੇਸ਼ਵ ਦਾਸ ਵੇਖ ਲੈ ਦੇਵੀ ਪ੍ਰਗਟ ਹੋਏਗੀ ਕਿ ਨਹੀਂ ਹੋਏਗੀ। ਕਹਿੰਦਾ ਮਹਾਰਾਜ ਦੇਵੀ ਕਿਉਂ ਨਹੀਂ ਪ੍ਰਗਟ ਹੋਏਗੀ। ਹਾਂਜੀ, ਖਾਤਰ ਜਮਾ ਬਿਪਰ ਕੀ ਹੋਈ। ਫਿਰ ਇਹਦਾ ਸਤਿਕਾਰ ਵੀ ਮਹਾਰਾਜ ਬੜਾ ਕਰਾਉਂਦੇ ਜੀ। ਚੰਗੀ ਖਾਤਰ ਜਮਾ ਆਏ ਦਾ ਸਤਿਕਾਰ ਗੁਰੂ ਜੀ ਕਰਾਉਂਦੇ ਜੀ। ਗੁਰ ਸਮਰੱਥ ਕਰ ਸਕ ਹੈ ਸੋਈ। ਭਾਈ ਸੰਤੋਖ ਸਿੰਘ ਜੀ ਕਹਿੰਦੇ ਜਿਸ ਹਿਸਾਬ ਦਾ ਉਹਨੇ ਖਰਚਾ ਦੱਸਿਆ ਨਾ, ਇਹ ਤੇ ਮਹਾਰਾਜ ਹੀ ਉਹਨੂੰ ਚੱਲ ਕੇ ਕਹਿੰਦੇ। ਬੜਾ ਕੁਝ ਲਿਖ ਕੇ ਦਿੱਤਾ ਉਹਨੇ ਮਹਾਰਾਜ ਨੂੰ। ਹਾਂਜੀ, ਸਰਬ ਰੀਤ ਮਨ ਆਪਨ ਜਮਾਇਓ। ਜਿਮ ਨਿਸ਼ਚੈ ਚਾਹਤ ਪਾਇਓ। ਮਹਾਰਾਜ ਕਹਿਣ ਲੱਗੇ ਅਜੇ ਵੀ ਵੇਖ ਲੈ, ਕੋਈ ਚੀਜ਼ ਰਹਿ ਨਾ ਜਾਵੇ। ਸਾਰੀਆਂ ਚੀਜ਼ਾਂ ਲਿਖ ਲੀਆਂ ਨਾ ਚੰਗੀ ਤਰ੍ਹਾਂ। ਹਾਂਜੀ, ਔਰ ਧਰ ਹਰਖ ਕਹਿਤ ਪ੍ਰਭ ਸੁਨੀਐ ਹੈ। ਉਹ ਕਹਿੰਦਾ ਮਹਾਰਾਜ ਮੇਰੀ ਤਸੱਲੀ ਹੋ ਗਈ ਹੈ, ਸਭ ਕੁਝ ਲਿਖ ਦਿੱਤਾ ਜੋ ਉਹਦੇ ਦਿਮਾਗ 'ਚ ਆਇਆ। ਖੁਸ਼ ਹੋ ਕੇ ਮਹਾਰਾਜ ਨੂੰ ਕਹਿਣ ਲੱਗਾ ਮਹਾਰਾਜ ਹੁਣ ਮੇਰੀ ਬੇਨਤੀ ਸੁਣੋ। ਅਤ ਉੱਤਮ ਬਿਧ ਚਿਤ ਮਹਿ ਗੁਨੀਐ। ਮਤਲਬ ਇਹ ਬਹੁਤ ਵਧੀਆ ਸਮਾਨ ਕਹਿੰਦਾ ਮੈਨੂੰ ਚਾਹੀਦਾ ਹੈ। ਸਭ ਕੁਝ ਜਿਹੜਾ ਮੈਂ ਲਿਖ ਕੇ ਦਿੱਤਾ, ਮਹਾਰਾਜ ਕਹਿੰਦੇ ਇੰਝ ਹੀ ਹੋਏਗਾ। ਹਾਂਜੀ, ਵੇਦ ਉਕਤ ਸ਼ਾਸਤਰੋ ਕਤਸਾਰ। ਮੈਂ ਸਭ ਖੋਜ ਧਰੀ ਨਿਰਧਾਰ। ਤੰਤਰ ਸ਼ਾਸਤਰ ਮੈਂ ਵਿਦਾ ਹਜ਼ਾਰੇ। ਲੱਖੋਂ ਪੜੇ ਸ਼ਲੋਕ ਵਿਚਾਰੇ। ਆਖੋ ਵਾਹਿਗੁਰੂ। ਵਿਦਵਾਨ ਵੀ ਸੀ ਨਾ ਜੀ ਇਹ, ਤੇ ਵਿਦਵਤਾ ਦੇ ਚੱਕਰ ਵਿੱਚ ਕਹਿੰਦਾ ਮਹਾਰਾਜ ਮੈਂ ਵੇਦ ਪੜ੍ਹੇ ਆ, ਲੱਖਾਂ ਸ਼ਲੋਕ ਮੈਨੂੰ ਜ਼ਬਾਨੀ ਯਾਦ ਹੈ, ਬੜੀ ਤੰਤਰ ਵਿਦਿਆ ਮੇਰੇ ਕੋਲ ਹੈ। ਜਦੋਂ ਮੈਂ ਬੈਠਾ ਦੇਵੀ ਕਿਉਂ ਨਹੀਂ ਆਏਗੀ ਕਹਿੰਦਾ। ਹਾਂਜੀ,
ਅਗਨੀ ਆਦ ਦੇਵਤਾ ਜੇਈ ਪੜ ਕਰ ਬਿਦਤਾਵਨ ਕਰ ਸੇਈ। ਮਹਾਰਾਜ ਮੇਰੇ ਵਿੱਚ ਹੋਰ ਵੱਡੀ ਇੱਕ ਗੱਲ ਹੈਗੀ ਹੈ। ਮਹਾਰਾਜ ਕਹਿੰਦੇ ਦੱਸੋ। ਕਹਿੰਦਾ ਮਹਾਰਾਜ ਮੈਂ ਮੰਤਰ ਪੜ੍ਹਦਾ, ਲੱਕੜਾਂ ਨੂੰ ਅੱਗ ਆਪੇ ਲੱਗ ਜਾਂਦੀ ਹੈ, ਅੱਗ ਆਪੇ ਪ੍ਰਗਟ ਹੋ ਜਾਂਦੀ ਹੈ। ਮੈਂ ਮੰਤਰ ਹੀ ਪੜ੍ਹਨਾ, ਤੀਲ ਨਹੀਂ ਮੈਂ ਲਾਉਂਦਾ ਮਹਾਰਾਜ। ਮੈਂ ਮੰਤਰ ਪੜ੍ਹਦਾ, ਅੱਗ ਪ੍ਰਗਟ ਕਰ ਲੈਂਦਾ। ਤੇ ਸੰਗਤ ਜੀ ਹੁਣ ਮਹਾਰਾਜ ਤੇ ਹੱਸਣ ਮਨ ਵਿੱਚ। ਤੁਸੀਂ ਦੱਸੋ ਮੰਤਰ ਪੜ੍ਹ ਕੇ ਅੱਗ ਪ੍ਰਗਟ ਕਰ ਲੈਣਾ ਕਿੰਨੀ ਕੁ ਵੱਡੀ ਗੱਲ ਹੁੰਦੀ ਹੈ ਜੀ। ਹਾਂਜੀ, ਮੰਤਰ ਪੜ੍ਹ ਕੇ ਅੱਗ ਪ੍ਰਗਟ ਕਰਨਾ ਵੱਡੀ ਗੱਲ ਨਹੀਂ ਹੈ। ਵੱਡੀ ਗੱਲ ਮਨ ਸ਼ਾਂਤ ਕਰਨਾ ਹੈਗੀ ਹੈ ਜੀ। ਆਖੋ ਸ੍ਰੀ ਵਾਹਿਗੁਰੂ। ਅੱਗ ਤੇ ਅੰਦਰ ਅੱਗੇ ਹੀ ਬੜੀ ਹੈ ਜੀ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ। ਹਿੰਸਾ, ਲੋਭ, ਹੰਸ ਹੇਤ, ਹੇਤ ਕਹਿੰਦੇ ਮੋਹ ਨੂੰ, ਲੋਭ ਲਾਲਚ, ਕੋਪ ਕ੍ਰੋਧ ਕਹਿੰਦੇ ਚਾਰ ਨਦੀਆਂ ਅੱਗ ਦੀਆਂ ਤੇ ਅੰਦਰ ਪਹਿਲਾਂ ਹੀ ਵਗ ਰਹੀਆਂ ਨੇ, ਪਹਿਲਾਂ ਹੀ ਵਗ ਰਹੀਆਂ। ਇੱਕ ਸੰਤ ਦੂਜੇ ਸੰਤ ਨੂੰ ਮਿਲਣ ਗਿਆ ਤਾਂ ਉਹਨੇ ਮੂੰਹ ਚੋਂ ਅੱਗ ਕੱਢ ਕੇ ਵਿਖਾਈ ਜੀ। ਜਦੋਂ ਉਹਨੇ ਮੂੰਹ ਚੋਂ ਅੱਗ ਕੱਢ ਕੇ ਵਿਖਾਈ ਤੇ ਨਾਲ ਦੇ ਚੇਲੇ ਸੰਤਾਂ ਦੇ ਕਹਿੰਦੇ ਵੀ ਇਹ ਤੇ ਬੜਾ ਵੱਡਾ ਸੰਤ ਹੈ, ਮੂੰਹ ਚੋਂ ਅੱਗ ਕੱਢ ਕੇ ਵਿਖਾਉਂਦੇ ਆ। ਤੇ ਸੰਤ ਕਹਿੰਦੇ ਸੰਤ ਜੀ ਕਿੰਨੇ ਸਾਲ ਲਾਏ ਇਹਦੇ ਤੇ, ਕਿੰਨੀ ਕੁ ਮਿਹਨਤ ਕੀਤੀ? ਕਹਿੰਦਾ ਜੀ 24 ਸਾਲ ਲਾਏ, 24 ਸਾਲ ਸਾਧਨਾ ਕੀਤੀ ਤੇ ਹੁਣ ਸ਼ਕਤੀ ਮਿਲੀ, ਮੈਂ ਮੂੰਹ ਖੋਲਾਂ ਤੇ ਅੱਗ ਨਿਕਲਦੀ ਮੂੰਹ ਚੋਂ। ਉਹ ਕਹਿੰਦੇ ਹੱਦ ਹੋ ਗਈ, 24 ਸਾਲ ਮੂੰਹ ਚੋਂ ਅੱਗ ਕੱਢਣ ਦੀ ਲਾਤੇ। ਕਹਿੰਦੇ 24 ਸਾਲ ਬਰਬਾਦ ਕਰਤੇ। ਕਹਿੰਦੇ ਅਸੀਂ ਤੀਲੀ ਬਾਲਦੇ ਹੁਣੇ ਅੱਗ ਪੈਦਾ ਹੋ ਜਾਣੀ ਹੈ। ਕਹਿੰਦੇ ਕਰਨਾ ਤੇ ਸੀ ਅੰਦਰ ਵਾਹਿਗੁਰੂ ਦਾ ਨਾਮ ਪ੍ਰਵੇਸ਼, ਤੂੰ ਅੱਗ ਕੱਢਣ ਦੀ ਇੰਨਾ ਹੀ ਸਮਾਂ ਲਾਤਾ। ਇਹ ਮਾਣ ਹੁੰਦਾ ਲੋਕਾਂ ਨੂੰ ਜੀ। ਸੰਗਤ ਜੀ ਬਹੁਤ ਸਾਰੇ ਲੋਕ ਸੰਸਾਰ ਦੇ ਜਿਹੜੇ ਆ ਨਾ ਜੀ, ਉਹ ਰਿੱਧੀਆਂ ਸਿੱਧੀਆਂ ਵਿੱਚ ਫਸੇ ਹੈ, ਰਿੱਧੀਆਂ ਸਿੱਧੀਆਂ ਵਿੱਚ। ਨਰੋਲ ਵਾਹਿਗੁਰੂ ਦੇ ਨਾਮ ਵਾਲੇ ਪਾਸੇ ਤੇ ਕੋਈ ਵਿਰਲਾ ਹੀ ਆਉਂਦਾ ਜੀ। ਕਹਿੰਦਾ ਮਹਾਰਾਜ ਅਗਨੀ ਆਦ ਦੇਵਤਾ ਜੇਈ ਪੜ ਕਰ ਬਿਦਤਾਵਨ ਕਰ ਸੇਈ। ਮਹਾਰਾਜ ਮੈਂ ਤਾਂ ਮੰਤਰ ਪੜ੍ਹ ਕੇ ਅਗਨੀ ਪ੍ਰਗਟ ਕਰ ਦੇਣਾ। ਹਾਂਜੀ, ਅਬ ਕਰਤਾ ਦੁਰਲਭ ਜਗ ਹੋਇਓ, ਯਾਂਤੇ ਮੰਤਰ ਫੁਰਤ ਨਹਿ ਕੋਇਓ। ਹੁਣ ਕਹਿੰਦਾ ਉਂਝ ਕਲਯੁਗ ਦਾ ਸਮਾਂ ਹੈ, ਮੰਤਰ ਸਿੱਧ ਹੋਣ ਲੱਗਿਆ ਸਮਾਂ ਲੱਗਦਾ, ਪਰ ਕਹਿੰਦਾ ਮੈਂ ਦੇਵੀ ਪ੍ਰਗਟ ਕਰਾਂਗਾ ਮਹਾਰਾਜ। ਹਾਂਜੀ, ਅਬ ਜਗ ਮਾਤ ਕਿਰਪਾ ਜੇ ਕਰੈ, ਤੁਮ ਸਰੀਰ ਤੇ ਪੂਰੀ ਪਰੈ। ਆਖੋ ਵਾਹਿਗੁਰੂ। ਕਹਿੰਦਾ ਮਹਾਰਾਜ ਤੁਹਾਡੇ ਵੱਲੋਂ ਪੂਰੀ ਮਰਜ਼ਾਦਾ ਰਹਿਣੀ ਚਾਹੀਦੀ ਹੈ, ਮਾਤਾ ਜੀ ਜ਼ਰੂਰ ਆਉਣਗੇ। ਵੇਖ ਲਓ ਬੰਦਾ ਆਪਣੀ ਗੱਲ ਸਿੱਧ ਕਰਨ ਲਈ ਕਿੰਨਾ ਕੁਝ ਕਰੀ ਜਾਂਦਾ ਜੀ। ਹਾਂਜੀ, ਸਿੱਧ ਹੋਏ ਸੰਕਲਪ ਤੁਮਾਰਾ, ਇਹ ਗਿਆਨੀ ਕੋ ਲੱਛਣ ਸਾਰਾ। ਜੋ ਤੁਸੀਂ ਕਿਹਾ ਮਹਾਰਾਜ ਉਹ ਸਿੱਧ ਹੋਏਗਾ। ਮਰਿਆਦਾ ਪੂਰੀ ਰੱਖਣੀ ਤੇ ਚੇਤਾ ਰੱਖਿਓ, ਸੰਤਾਂ ਗੁਰੂਆਂ ਪੀਰਾਂ ਰੱਬ ਦੇ ਪਿਆਰਿਆਂ ਨਾਲ ਮਸ਼ਕਰੀ ਨਹੀਂ ਕਰਨੀ ਚਾਹੀਦੀ ਜੀ। ਇਹ ਤਾਂ ਮਸ਼ਕਰੀ ਕਰਦੇ ਆ। ਸੰਤਨ ਸੇਤੀ ਮਸ਼ਕਰੀ ਕੁਲ ਡੋਬਨ ਕੀ ਰੀਤ। ਕੁਲ ਡੁੱਬ ਜਾਂਦੀ ਜੀ। ਹਾਂਜੀ, ਸਤਿਗੁਰ ਕਹਿਓ ਮਿਸਰ ਜੂ ਐਸੇ, ਹੋਏ ਹੈ ਸੱਚ ਅਬ ਭਾਖਤ ਜੈਸੇ। ਮਹਾਰਾਜ ਕਹਿਣ ਲੱਗੇ ਪੰਡਤ ਜੀ ਕੇਸ਼ਵ ਦਾਸ ਜੀ ਇਸੇ ਤਰ੍ਹਾਂ ਹੋਏਗਾ, ਸਾਡੇ ਵੱਲੋਂ ਢਿੱਲ ਨਹੀਂ ਹੋਏਗੀ। ਹਾਂਜੀ, ਸਮਾ ਸਮਾਜ ਮਿਲਿਓ ਸਭ ਆਈ, ਕਿਉਂ ਨਾ ਕਾਜ ਪੂਰਨ ਹੋਏ ਜਾਈ। ਸਮਾਂ ਵੀ ਹੁਣ ਸਾਡੇ ਕੋਲ ਹੈ, ਸਮਾਨ ਵੀ ਕੋਲ ਹੈ, ਹੁਣ ਕਿਉਂ ਨਹੀਂ ਕੰਮ ਬਣੇਗਾ। ਹਾਂਜੀ, ਹੁਕਮ ਪਾਏ ਦਿਜਬਰ ਨਿਜ ਡੇਰੇ, ਗਮਨਿਓ ਚਿਤਵਿਤ ਚਿਤ ਬਹੁ ਤੇਰੇ। ਸਾਧ ਸੰਗਤ ਜੀ ਬ੍ਰਾਹਮਣ ਕੇਸ਼ਵ ਦਾਸ
ਮੁੜ ਆਪਣੇ ਡੇਰੇ ਪੜਾ ਵੱਲ ਨੂੰ ਗਿਆ, ਪਰ ਉਹ ਮਨ ਵਿੱਚ ਸੋਚਦਾ ਵੀ ਮੈਂ ਫਸ ਗਿਆ। ਆਖੋ ਵਾਹਿਗੁਰੂ। ਵੀ ਮੈਂ ਸਮਾਨ ਵੀ ਬੜਾ ਲਿਖਾ ਲਿਆ, ਪਰ ਉਹਨੂੰ ਪਤਾ ਹੀ ਵੀ ਦੇਵੀ ਨਹੀਂ ਪ੍ਰਗਟ ਹੋਣੀ। ਦੇਵੀ ਨੇ ਪ੍ਰਗਟ ਨਹੀਂ ਹੋਣਾ, ਮੈਂ ਝੂਠਿਆਂ ਪੈ ਜਾਣਾ। ਮਨ ਵਿੱਚ ਬੜੀਆਂ ਸੋਚਾਂ ਸੋਚਦਾ ਆਪਣੇ ਥਾਂ ਤੇ ਚਲੇ ਗਿਆ। ਇਸੇ ਕਰਕੇ ਕਹਿੰਦੇ ਆ ਸੱਚ ਬੋਲ ਲੋ, ਥੋੜਾ ਜਿਹਾ ਸਮਾਂ ਗੁੱਸਾ ਲੱਗਦਾ, ਪਰ ਬਾਅਦ ਚੋਂ ਸਾਰੀ ਉਮਰ ਬੰਦਾ ਸੌਖਾ ਰਹਿੰਦਾ ਜੀ। ਝੂਠ ਬੋਲਦਾ ਰਹਿੰਦਾ ਜਿੰਨਾ ਚਿਰ ਤੱਕ ਸਰੀਰ 'ਚ ਸਵਾਸ ਹੈ ਨਾ ਜੀ, ਬੰਦਾ ਸੰਸਾ ਹੀ ਰਹਿੰਦਾ ਜੀ। ਮਨ ਵਿੱਚ ਸ਼ਾਕੀ ਬਣਿਆ ਰਹਿੰਦਾ ਵੀ ਕਿਤੇ ਪਾਜ ਨਾ ਉਗੜ ਜਾਏ। ਹਾਂਜੀ। ਮਹਾਰਾਜ ਨਰ ਮੁਖ ਬੁਲਾਏ, ਗੁਰੂ ਜੀ ਨੇ ਆਪਣੇ ਸਿੱਖ ਸੱਦੇ ਜੀ, ਮੁਖੀ ਸਿੱਖ ਸਾਰੇ। ਲਿਆਵਨ ਹੇਤ ਸੌਜ ਸਮੁਦਾਏ, ਮਹਾਰਾਜ ਕਹਿਣ ਲੱਗੇ ਵੀ ਲਿਆਓ ਸਾਜੋ ਸਮਾਨ ਸਾਰਾ। ਹਾਂਜੀ। ਧਨ ਕੀ ਹੁੰਡੀ ਨਗਰਨ ਮਹੀਆ, ਹਾਂਜੀ। ਤਤ ਛਿਨ ਦੇ ਕਰ ਪਠ ਜਹ ਕਹੀਆ। ਗਰੀਬ ਨਵਾਜ ਨੇ ਸਿੱਖ ਭੇਜੇ ਵੀ ਜਿੱਥੋਂ ਕਿੱਥੋਂ ਨਹੀਂ ਹੈ, ਸਮਾਨ ਲੈ ਕੇ ਆਓ ਸਾਰਾ। ਤੂਰਨ ਪਠੇ ਸਕਟ ਭਰ ਲਿਆਇਓ, ਹਾਂਜੀ। ਮੇਵਾ ਘ੍ਰਿਤ ਆਦਿਕ ਸਮੁਦਾਇ। ਬਸ ਗੁਰੂ ਕੇ ਸਿੱਖਾਂ ਨੇ ਗੱਡੇ ਭਰ ਭਰ ਕੇ ਸਮਾਨ ਦੇ ਲਿਆਂਦੇ ਜੀ। ਮੇਵਾ, ਦੇਸੀ ਘਿਓ ਖੁੱਲਾ ਲੈ ਕੇ ਆਂਦਾ ਜੀ। ਚਤੁਰ ਬਨਜ ਮੈਂ ਗਮਨੇ ਸੋਈ, ਕਰੇ ਖਰੀਦਨ ਜਹ ਕਹਿ ਹੋਈ। ਸੰਚੈ ਵਸਤ ਵਸਤ ਕੋ ਆਏ, ਨਗਰ ਸਮੂਹ ਮਿਲ ਫਿਰ ਲਿਫਲਾਏ। ਗਰੀਬ ਨਵਾਜ ਸਤਿਗੁਰੂ ਜੀ ਦਾ ਹੁਕਮ ਸੁਣ ਕੇ ਸਿੱਖਾਂ ਨੇ ਪੂਰੀ ਤਿਆਰੀ ਕੀਤੀ, ਕਿਸੇ ਗੱਲ ਦੀ ਕਮੀ ਨਾ ਰਹਿ ਜਾਏ। ਅੱਗੋਂ ਹੁਣ ਪ੍ਰਸੰਗ ਬਦਲਦਾ ਹੈ, ਉਹ ਕਥਾ ਕੱਲ ਨੂੰ ਆਪਾਂ ਸਰਵਣ ਕਰਾਂਗੇ। ਹੁਣ ਉਹਨੇ ਜੱਗ ਸ਼ੁਰੂ ਕਰਨਾ ਜੀ। ਹਾਂਜੀ। ਤੇ ਪੈਣਾ ਉਹਨੇ ਝੂਠੇ ਹੈ, ਪਰ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਨੂੰ ਆਪਾਂ ਬੇਨਤੀ ਕਰਨੀ, ਮਹਾਰਾਜ ਗੁਰੂ ਸਾਹਿਬ ਨੇ ਸਾਡੇ ਤੇ ਕਿਰਪਾ ਕੀਤੀ, ਸਾਨੂੰ ਇਹਨਾਂ ਕੰਮਾਂ ਤੋਂ ਬਚਾਇਆ ਜੀ, ਇਹਨਾਂ ਕੰਮਾਂ ਤੋਂ ਬਚਾਇਆ। ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਬੈਠੇ ਤੇ ਮਹਾਰਾਜ ਨੇ ਇੱਕ ਕਥਾ ਸੁਣਾਈ। ਆਖੋ ਵਾਹਿਗੁਰੂ। ਵਾਹਿਗੁਰੂ। ਫਿਰ ਆਖੋ ਵਾਹਿਗੁਰੂ। ਵਾਹਿਗੁਰੂ। ਮਹਾਰਾਜ ਕਹਿੰਦੇ ਗੁਰੂ ਸਾਹਿਬ ਨੇ ਬੜੀ ਮਿਹਰ ਕੀਤੀ, ਸਾਨੂੰ ਨਾਮ ਦੀ ਬਖਸ਼ਿਸ਼ ਕੀਤੀ ਸਾਰਿਆਂ ਨੂੰ। ਕਿਉਂ ਕਲਯੁਗ ਦਾ ਸਮਾਂ, ਜਿੰਨਾ ਕੁਝ ਬ੍ਰਾਹਮਣ ਲਿਖਾਉਂਦੇ ਆ ਮਹਾਰਾਜ ਨੂੰ, ਆਮ ਲੋਕਾਂ ਨੂੰ ਵੀ ਲਿਖਾਉਂਦੇ ਹੋਊਗੇ ਜੀ। ਤੇ ਜਿੰਨਾ ਕੁਝ ਗੁਰੂ ਜੀ ਕਰ ਰਹੇ ਆ, ਆਮ ਬੰਦਿਆਂ ਵਿਚਾਰਿਆਂ ਕੋ ਕਿੱਥੋਂ ਹੋਣਾ ਜੀ। ਮਹਾਰਾਜ ਗੁਰੂ ਅਰਜਨ ਦੇਵ ਜੀ ਕਹਿੰਦੇ ਵੀ ਕਲਯੁਗ ਦਾ ਸਮਾਂ, ਤੇ ਗੁਰੂ ਨਾਨਕ ਦੇਵ ਜੀ ਨੇ ਸਾਡੇ ਤੇ ਕਿਰਪਾ ਕੀਤੀ, ਸਾਨੂੰ ਨਾਮ ਦੀ ਬਖਸ਼ਿਸ਼ ਕੀਤੀ। ਮੁੱਖ ਕਹਿੰਦੇ ਨਾਮ ਹੀ ਹੈ, ਜਿਹੜਾ ਮੁੱਖ ਹੈ ਨਾ ਜੀ, ਉਹ ਨਾਮ ਹੈ। ਬਾਕੀ ਜਿਹੜੇ ਵਾਧੂ ਕਰਮ ਨੇ ਉਹ ਕੀ ਨੇ, ਮਹਾਰਾਜ ਨੇ ਪ੍ਰਮਾਣ ਦਿੱਤਾ। ਕਹਿੰਦੇ ਇੱਕ ਬਿਮਾਰ ਬੰਦਾ ਜਿਹਦੇ ਢਿੱਡ ਪੀੜ ਹੋ ਰਹੀ ਸੀ, ਪੇਟ 'ਚ ਦਰਦ ਸੀ ਜੀ, ਉਹ ਵੈਦ ਕੋਲ ਗਿਆ। ਵੈਦ ਨੂੰ ਕਹਿੰਦਾ ਵੀ ਮੇਰੇ ਪੇਟ ਦਰਦ ਹੋ ਰਹੀ ਹੈ। ਵੈਦ ਨੇ ਵੇਖਿਆ ਵੀ ਇਹ ਬੰਦਾ ਅਮੀਰ ਬੜਾ, ਜੇ ਮੈਂ ਇਹਨੂੰ ਸਿੱਧਾ ਹੀ ਦੱਸਦਾ ਨਾ ਵੀ ਜਵੈਨ ਖਾ ਲਾ ਤੂੰ ਠੀਕ ਹੋ ਜਾਏਗਾ, ਇਹਨੇ ਨਹੀਂ ਮੰਨਣਾ। ਵੈਦ ਨੇ ਕੀ ਕੀਤਾ ਜੀ, ਵੈਦ ਨੇ 5-7 ਪੁੜੀਆਂ ਕੱਢੀਆਂ ਜੀ। ਹਾਂਜੀ। ਉਹ ਪੁੜੀਆਂ ਜਿਨ੍ਹਾਂ ਨੂੰ ਖਾਣ ਦਾ ਫਾਇਦਾ ਵੀ ਕੋਈ ਨਹੀਂ ਤੇ ਨੁਕਸਾਨ ਵੀ ਕੋਈ ਨਹੀਂ। ਕਹਿੰਦਾ ਆਹ ਲੈ ਪੁੜੀਆਂ, ਤੇ ਇਹ ਖਾਣੀਆਂ, ਤੇ ਖਾਣੀਆਂ ਜਵੈਣ ਨਾਲ ਹੈ, ਤੂੰ ਠੀਕ ਹੋ ਜਾਏਗਾ। ਉਹਨੇ ਕਿਹਾ ਠੀਕ ਹੈ, ਉਹਨੇ ਉਹ ਪੁੜੀਆਂ ਜਵੈਣ ਨਾਲ ਖਾਧੀਆਂ, ਉਹ ਠੀਕ ਹੋ ਗਿਆ। ਵੈਦ ਨੇ ਲਏ ਪੈਸੇ ਉਹਦੇ ਤੋਂ ਠੋਕ ਕੇ ਜੀ, ਵੀ ਇੰਨੀ ਮਾਇਆ ਤੇਰੀ ਬਣ ਗਈ, ਇਹ ਤਾਂ ਬੜੀਆਂ ਮਹਿੰਗੀਆਂ ਪੁੜੀਆਂ ਨੇ। ਮਹਾਰਾਜ ਕਹਿੰਦੇ ਉਸੇ ਵੈਦ ਕੋਲ ਇੱਕ ਗਰੀਬ ਬੰਦਾ ਚਲੇ ਗਿਆ, ਉਹਦੇ ਵੀ ਪੇਟ ਦਰਦ ਹੋ ਰਹੀ ਸੀ। ਉਹ ਕਹਿੰਦਾ ਵੈਦ ਜੀ ਪੇਟ ਦਰਦ ਹੋ ਰਹੀ ਹੈ। ਵੈਦ ਨੂੰ ਪਤਾ ਸੀ ਵੀ ਹੁਣ ਇਹ ਗਰੀਬ ਬੰਦਾ ਨਾ ਇਹ ਪੈਸੇ ਦੇ ਸਕਦਾ, ਇਹਨੂੰ ਇੱਧਰ ਉੱਧਰ ਦੇ ਚੱਕਰ 'ਚ ਨਹੀਂ ਪਾਉਣਾ, ਇਹਨੂੰ ਸਿੱਧੀ ਗੱਲ ਦੱਸ ਦੇ। ਵੈਦ ਕਹਿਣ ਲੱਗਾ ਜਾ ਘਰ ਜਾ ਕੇ ਨਾ 2 ਚਮਚ ਜਵੈਨ ਦੇ
ਥੋੜੇ ਥੋੜੇ ਫਰਕ ਬਾਅਦ ਖਾ ਲਈ, ਪੇਟ ਦਰਦ ਠੀਕ ਹੋ ਜਾਏਗਾ। ਉਹ ਗਰੀਬ ਬੰਦਾ ਪਤਾ ਕੀ ਕਹਿੰਦਾ? ਕਹਿੰਦਾ ਵੈਦ ਜੀ ਅਸੀਂ ਗਰੀਬ ਬੰਦੇ ਹੈਗੇ, ਸਾਡੇ ਕੋਲ ਜਵੈਣ ਵੀ ਨਹੀਂ ਹੈਗੀ, ਵੀ ਅਸੀਂ ਜਵੈਣ ਕਿੱਥੋਂ ਰੱਖਣੀ ਘਰ 'ਚ। ਵੈਦ ਨੇ ਕੋਲੋਂ ਉਹਨੂੰ ਜਵੈਣ ਦਿੱਤੀ ਜੀ, ਵੀ ਲੈ ਖਾ ਲਾ। ਉਹਨੇ ਖਾ ਲਈ, ਉਹ ਠੀਕ ਹੋ ਗਿਆ ਜੀ। ਮਹਾਰਾਜ ਕਹਿੰਦੇ ਵੈਦ ਉਹੀ ਹੈ, ਪਰ ਵੈਦ ਨੇ ਵੇਖਿਆ ਵੀ ਕਿਸ ਬੰਦੇ ਨੂੰ ਕਿਵੇਂ ਦਾ ਉਪਦੇਸ਼, ਕਿਵੇਂ ਦਾ ਟ੍ਰੀਟਮੈਂਟ ਦੇਣਾ, ਇਲਾਜ ਕਿਵੇਂ ਦਾ ਕਰਨਾ। ਇਸੇ ਤਰ੍ਹਾਂ ਕਹਿੰਦੇ ਗੁਰੂ ਨੇ ਕਿਰਪਾ ਕੀਤੀ ਜੀ। ਜਿਹੜਾ ਤੱਤ ਹੈ ਨਾ, ਜਿਵੇਂ ਪਤਾ ਵੀ ਇਹਦੀ ਬਿਮਾਰੀ ਦਾ ਇਲਾਜ ਤੇ ਜਵੈਣ ਹੀ ਹੈ, ਜਵੈਣ ਖਾ ਲੇਗਾ ਠੀਕ ਹੋ ਜਾਏਗਾ। ਤੇ ਮਾੜੇ ਬੰਦੇ ਨੂੰ ਵੈਦ ਨੇ ਕੋਲੋਂ ਜਵੈਣ ਦੇ ਕੇ ਰਾਜੀ ਕਰ ਦਿੱਤਾ। ਗੁਰੂ ਅਰਜਨ ਸਾਹਿਬ ਕਹਿਣ ਲੱਗੇ, ਗੁਰਸਿੱਖੋ, ਗੁਰੂ ਨਾਨਕ ਸਾਹਿਬ ਨੇ ਵੇਖਿਆ ਕਲਯੁਗ ਦੇ ਲੋਕ ਮਾੜੇ ਨੇ, ਇਹਨਾਂ ਕੋ ਇੰਨੇ ਸਾਧਨ ਨਹੀਂ ਹੋਣੇ। ਕੋਲੋਂ ਨਾਮ ਦੇ ਕੇ ਸਾਡੇ ਭਲੇ ਵਾਸਤੇ ਸਾਡਾ ਭਲਾ ਕੀਤਾ ਜੀ। ਸੋ ਉਹ ਵੇਖੋ ਕਿੰਨਾ ਕੁਝ ਕਰ ਰਿਹਾ। ਆਪਾਂ ਅੱਗੇ ਅੱਗੇ ਸੁਣੀ ਚੱਲਾਂਗੇ। ਮਹਾਰਾਜ ਕਿਰਪਾ ਕਰਨ, ਆਪਣੇ ਨਾਮ ਦੀ ਦਾਤ ਬਖਸ਼ਣ। ਆਓ ਪ੍ਰੇਮ ਨਾਲ ਜਪੋ, ਫਿਰ ਖਿਮਾ ਮੰਗੀਏ। ਵਾਹਿਗੁਰੂ 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 ਵਾਹਿਗੁਰੂ। ਸਤਿਗੁਰੂ ਜੀ ਮਿਹਰ ਕਰਨ, ਭੁੱਲਾਂ ਦੀ ਮਾਫੀ ਬਖਸ਼ਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ